ਇੱਕ ਵਾਰ ਫਿਰ ਤੋਂ ਤੁਹਾਡੇ ਸਾਰੇ ਨਾਲ ਹਾਜ਼ਰੀ ਸਵਾਗਤ ਪ੍ਰਾਈਮ ਏਸ਼ੀਆ ਟੀਵੀ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੀ ਇੱਕ ਤਰ੍ਹਾਂ ਦੀ ਕਹਿ ਲਓ ਕਿ ਲੜੀਵਾਰ ਅਸੀਂ ਪੇਸ਼ਕਸ਼ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜੀ ਪੇਰੈਂਟਿੰਗ ਹੈ ਉਹ ਇੱਕ ਐਸਾ ਵਿਸ਼ਾ ਜਿਹੜਾ ਸ਼ਾਇਦ ਕਿਤੇ ਡਿਸਕਸ ਹੁੰਦਾ ਨਹੀਂ। ਕਿਉਂਕਿ ਕਾਰਨ ਇਹ ਹੈ ਕਿ ਵੀ ਆਪਾਂ ਇਹ ਤਾਂ ਸੋਚਦੇ ਹਾਂ ਜਾਂ ਇਹ ਲੋਚਦੇ ਹਾਂ ਕਿ ਸਾਡੇ ਬੱਚੇ ਹੋਣ, ਬੱਚੇ ਲਿਆਕਤ ਵਾਲੇ ਹੋਣ, ਉਹ ਸਾਡੇ ਆਖੇ ਲੱਗਣ, ਕਹਿਣੇ 'ਚ ਰਹਿਣ, ਫਿਰ ਗਾਂ ਬੁਢਾਪੇ 'ਚ ਸਹਾਰਾ ਬਣਨ। ਪਰ ਉਹ ਸਾਰੇ ਕੁਛ ਦੇ ਲਈ ਕੀ ਸਾਰਾ ਕੁਛ ਕੁਦਰਤੀ ਹੋ ਜਾਊਗਾ ਜਾਂ ਫਿਰ ਸਾਡਾ ਕੋਈ ਉਹਨਾਂ ਨੂੰ ਜੰਮਣ ਪੜ੍ਹਾਉਣ ਤੋਂ ਬਿਨਾਂ ਵੀ ਕੋਈ ਨਾ ਕੋਈ ਫਰਜ਼ ਬਣਦਾ? ਇਹ ਬਹੁਤ ਵਾਸਟ ਵਿਸ਼ਾ, ਇਹਦੇ 'ਤੇ ਸ਼ਾਇਦ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਗੱਲ ਹੁੰਦੀ ਹੈ। ਇਸੇ ਕਰਕੇ ਅਸੀਂ ਇਹ ਜਿਹੜੀ ਖਾਸ ਲੜੀਵਾਰ ਪ੍ਰੋਗਰਾਮਾਂ ਦੀ ਪੇਸ਼ਕਸ਼ ਹੈ ਉਹ ਆਪ ਜੀ ਦੇ ਲਈ ਕਰਾਂਗੇ। ਇਹਦੇ ਲਈ ਅਸੀਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ CEO ਨੇ ਬਲਦੇਵ ਮੋਟਾ ਜੀ, ਕਾਫੀ ਲੰਮਿਆਂ ਸਾਲਾਂ ਤੋਂ ਇਸ ਕੰਮ ਕਰਦੇ ਆ ਰਹੇ ਨੇ ਸੁਸਾਇਟੀ ਦੇ ਨਾਲ, ਕਮਿਊਨਿਟੀ ਦੇ ਵਿੱਚ। ਉਹਨਾਂ ਨੂੰ ਆਪਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ। ਮੋਟਾ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਥੈਂਕ ਯੂ ਵੈਰੀ ਮੱਚ ਗੁਰਪ੍ਰੀਤ ਜੀ, ਤੁਹਾਡਾ ਵੀ, ਤੇ ਆਪਣੇ ਜਿੰਨੇ ਵੀ ਸਾਰੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਣਗੇ ਉਹਨਾਂ ਨੂੰ ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਮੋਟਾ ਸਾਹਿਬ, ਗੱਲ ਇਹ ਆ ਕਿ ਜਿੱਦਾਂ ਮੈਂ ਹੁਣੇ ਜ਼ਿਕਰ ਕੀਤਾ ਕਿ ਵੀ ਸਾਡੇ ਤਾਂ ਪੰਜਾਬੀ 'ਚ ਸੀਸ ਵੀ ਦੁੱਧੀ ਪੁੱਤੀ ਨਹਾਵੇਂ ਵਾਲੀ ਦਿੱਤੀ ਜਾਂਦੀ ਹੈ, ਪਰ ਗੱਲ ਇਹ ਹੈ ਵੀ ਚਲੋ ਦੁੱਧ ਵੀ ਬਥੇਰਾ ਪੰਜਾਬੀਆਂ ਘਰੇ ਅਤੇ ਪੁੱਤ ਵੀ ਸੁੱਖ ਨਾਲ ਹੋ ਜਾਂਦੇ ਆ, ਪਰ ਬਾਅਦ 'ਚ ਪਤਾ ਨਹੀਂ ਜਾਂ ਤਾਂ ਸਾਨੂੰ ਪਾਲਣੇ ਭੁੱਲ ਗਏ ਜਾਂ ਫਿਰ ਜ਼ਮਾਨਾ ਐਡਵਾਂਸ ਹੋ ਗਿਆ, ਅਸੀਂ ਦੇਸੀ ਦੇ ਦੇਸੀ ਰਹਿ ਗਏ। ਕੁਛ ਨਾ ਕੁਛ ਕਿਤੇ ਨਾ ਕਿਤੇ ਗੈਪ ਹੈ, ਜਿਹਦਾ ਕਰਕੇ ਅੱਜ ਦੀ ਡੇਟ ਦੇ ਵਿੱਚ ਇੱਕ ਜਨਰੇਸ਼ਨ ਗੈਪ ਸ਼ਬਦ ਜਿਹੜਾ ਉਹ ਆਮ ਹੀ ਘਰਾਂ 'ਚ ਸੁਣਿਆ ਜਾਣ ਲੱਗ ਪਿਆ। ਸੋ ਮੈਂ ਚਾਹੁੰਦਾ ਕਿ ਆਪਾਂ ਜ਼ਰੂਰ ਜ਼ੀਰੋ ਲੈਵਲ ਤੋਂ ਸ਼ੁਰੂਆਤ ਕਰਕੇ ਇਸ ਪਾਸੇ ਚੱਲੀਏ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਸੰਬੰਧ ਹੋਣਾ ਚਾਹੀਦਾ, ਜਾਂ ਜੇ ਆਪਾਂ ਮਾਂ ਪਿਓ ਦੀ ਗੱਲ ਕਰਨੀ ਆ ਤਾਂ ਮਾਪੇ ਕਿੱਦਾਂ ਦੇ ਬਣੀਏ ਆਪਾਂ ਜੀ। ਗੁਰਪ੍ਰੀਤ ਜੀ, ਦੋ ਜਾਨੀ ਜਿਹੜੇ ਪੱਛਮੀ ਸੱਭਿਅਤਾ ਦੇ ਚਿੰਤਕ ਆ, ਉਹਨਾਂ ਨੇ ਦੋ ਚੀਜ਼ਾਂ ਸਾਹਮਣੇ ਲਿਆਂਦੀਆਂ ਕਿ ਪਿਛਲੇ ਕੋਈ 20 ਸਾਲਾਂ 'ਚ ਜਿਹੜੀ ਟੈਕਨੋਲੋਜੀ ਦੀ ਭਰਮਾਰ ਹੋਈ ਆ, ਉਹਦੇ ਨਾਲ ਬੱਚਿਆਂ ਦੀ ਪਰਵਰਿਸ਼ ਤੇ ਬਹੁਤ ਜ਼ਿਆਦਾ ਅਸਰ ਹੋਇਆ। ਲੇਕਿਨ ਜਿਹੜੇ ਮਾਪੇ ਆ ਉਹਨਾਂ ਨੇ ਉਹਨਾਂ ਟੈਕਨੋਲੋਜੀ ਨੂੰ ਵਰਤਿਆ ਨਹੀਂ, ਉਹਨਾਂ ਸਮਝਿਆ ਨਹੀਂ ਜਿੰਨਾ ਕਿ ਬੱਚਿਆਂ ਨੇ ਇਸ ਚੀਜ਼ ਨੂੰ ਸਮਝ ਕੇ ਵਰਤਣ ਲੱਗ ਗਏ। ਤੇ ਇੱਕ ਉਹ ਜਿਹੜਾ ਡਿਸਕਨੈਕਟ ਹੋ ਗਿਆ ਮਾਪਿਆਂ ਦੀ ਟੈਕਨੋਲੋਜੀ ਦੇ ਪ੍ਰਤੀ ਤੇ ਬੱਚਿਆਂ ਦਾ ਟੈਕਨੋਲੋਜੀ ਨੂੰ ਜ਼ਿਆਦਾ ਜਾਣਨਾ, ਉਹਦੇ ਨਾਲ ਜਿਹੜੀਆਂ ਮੁਸ਼ਕਲਾਂ ਆਈਆਂ, ਇੱਕ ਤਾਂ ਉਹ ਬਹੁਤ ਵੱਡਾ, ਤੇ ਦੂਸਰੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਗਲੋਬਲੀ ਯੂਨਾਈਟਿਡ ਨੇਸ਼ਨਸ ਨੇ ਇਹ ਕਿਹਾ ਕਿ ਜਿਹੜੇ ਮਾਪੇ ਆ ਉਹ ਜ਼ਿਆਦਾ ਉਹਨਾਂ ਦੀ ਕੁਛ ਹੱਥ 'ਚ ਪੈਸਾ ਆਉਣ ਕਰਕੇ ਉਹਨਾਂ ਦੀ ਜਿਹੜੀ ਮਾਪਿਆਂ ਦੀ ਤਵੱਜੋ ਹੋ ਗਈ, ਉਹ ਹੋ ਗਈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈਪਟਾਪ ਲੈ ਦਈਏ, ਸੈੱਲਫੋਨ ਲੈ ਦਈਏ, ਅਸੀਂ ਖਿਡੌਣੇ ਲੈ ਦਈਏ, ਜਿਹੜੀ ਉਹ ਛੋਟੀ ਜਿਹੀ ਕਾਰ ਹੁੰਦੀ ਹੈ ਜਿਹਦੇ 'ਚ ਛੋਟੀ ਜਿਹੀ ਇਲੈਕਟ੍ਰਿਕ ਬੈਟਰੀ ਲੱਗੀ ਹੁੰਦੀ ਆ, ਉਹੀ ਜਿਹੀਆਂ ਚੀਜ਼ਾਂ ਲੈ ਦਈਏ ਜਿਹਦੇ ਨਾਲ ਕਿ ਬੱਚਾ ਬਿਜ਼ੀ ਰਵੇ। ਲੇਕਿਨ ਬੱਚਿਆਂ ਦਾ ਜਿਹੜਾ ਇਮੋਸ਼ਨਲ ਕਨੈਕਸ਼ਨ ਆ ਮਾਪਿਆਂ ਦੇ ਨਾਲ ਉਹ ਘਟ ਗਿਆ, ਤੇ ਜਿਹੜਾ ਫਿਜ਼ੀਕਲ ਕਨੈਕਸ਼ਨ ਹੈਗਾ ਟॉयਜ਼ ਨਾਲ, ਇਕਵਿਪਮੈਂਟ ਨਾਲ, ਨੌਲੇਜ ਨਾਲ, ਬੱਚਿਆਂ ਨੂੰ ਰੈਸਟੋਰੈਂਟ ਲੈ ਜਾਣਾ, ਕੈਂਪ 'ਚ ਪਾ ਦੇਣਾ, ਸੌਕਰ 'ਚ ਪਾ ਦੇਣਾ, ਹੋਰ ਇਹੋ ਜਿਹੀਆਂ ਚੀਜ਼ਾਂ 'ਚ ਪਾ ਦੇਣਾ, ਉਹਦੇ 'ਚ ਰੁਚੀ ਵੱਧ ਗਈ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਮਾਪੇ ਆ ਉਹ ਬਿਜ਼ੀ ਤਾਂ ਜ਼ਿਆਦਾ ਹੋ ਗਏ, ਲੇਕਿਨ ਉਹਨਾਂ ਦਾ ਆਪਣਾ ਕਨੈਕਸ਼ਨ, ਇਮੋਸ਼ਨਲ ਕਨੈਕਸ਼ਨ ਤੇ ਇਮੋਸ਼ਨਲ ਕਲੋਜ਼ਨੈਸ ਉਹ ਬੱਚਿਆਂ ਨਾਲ ਬਣੀ ਨਹੀਂ ਜਿੰਨੀ ਕਿ ਹੋਣੀ ਚਾਹੀਦੀ ਸੀ। ਬਿਲਕੁਲ ਸਹੀ। ਇਹਦੇ 'ਚ ਜਦੋਂ ਆਪਾਂ ਸ਼ੁਰੂਆਤ ਕਰੀਏ ਤੇ ਜਵਾਕ ਅੱਜ ਦੀ ਡੇਟ ਦੇ ਵਿੱਚ ਜਦੋਂ ਛੋਟਾ ਜਿਹਾ ਪੈਦਾ ਹੁੰਦਾ, ਉਹਦੇ ਤੋਂ ਲੈ ਕੇ ਤੇ ਉਹਦੇ ਵੱਡੇ ਹੋਣ ਤੱਕ ਬਹੁਤ ਸਾਰੇ ਫੇਜ਼ਿਸ ਹੁੰਦੇ ਆ, ਕਿਉਂਕਿ ਜਿਵੇਂ ਜਿਵੇਂ ਏਜ ਵੱਧਦੀ ਆ ਤਿਵੇਂ ਤਿਵੇਂ ਉਹਦੇ ਵਿੱਚ ਉਹਦੇ ਬਾਡੀ ਦੇ ਵਿੱਚ ਵੀ ਚੇਂਜਿਸ ਆਉਂਦੀਆਂ ਨੇ, ਉਹਦੀ ਦਿਮਾਗੀ ਪੱਖੋਂ ਵੀ ਬਹੁਤ ਸਾਰੀਆਂ ਚੇਂਜਿਸ ਆਉਂਦੀਆਂ ਨੇ। ਹੁਣ ਜੇ ਆਪਾਂ ਇਹਨੂੰ ਵੰਡਣਾ ਹੋਵੇ ਤੇ ਕਿਸ ਕਿਸ ਏਜ ਦੇ ਵਿੱਚ ਬੱਚਿਆਂ ਨੂੰ ਆਪਾਂ ਵੰਡ ਸਕਦੇ ਕਿ ਇੰਨੀ ਏਜ ਤੋਂ ਲੈ ਕੇ ਇੰਨੀ ਏਜ ਤੱਕ ਆਹ ਫਰਕ ਪੈਂਦਾ, ਇੰਨੀ ਏਜ ਤੋਂ ਇੰਨੀ ਏਜ ਤੱਕ ਆਹ ਫਰਕ ਪੈਂਦਾ? ਤਾਂ ਜੋ ਮੈਨੂੰ ਇਹ ਲੱਗਦਾ ਕਿ ਆਪਾਂ ਜਦੋਂ ਇਹ ਤਰਤੀਬਵਾਰ ਲੜੀਵਾਰ ਗੱਲਬਾਤ ਕਰੀਏ ਤਾਂ ਸਾਰੇ ਐਪੀਸੋਡਸ ਦੇ ਵਿੱਚ ਉਹ ਏਜ ਵਾਈਜ਼ ਉਮਰ ਦੇ ਹਿਸਾਬ ਨਾਲ ਆਪਾਂ ਸਾਰਾ ਕੁਝ ਡਿਸਕਸ ਕਰ ਸਕੀਏ। ਜੀ ਗੁਰਪ੍ਰੀਤ ਜੀ, ਜਿਹੜੀ ਪਹਿਲੀ ਏਜ ਆ ਉਹਨੂੰ ਆਪਾਂ 0 to 6 ਈਅਰ ਮੰਨਦੇ ਆ। ਆਮ ਤੌਰ ਤੇ ਜਿੰਨੇ ਵੀ ਰਿਸਰਚ ਦੇ ਮਾਹਰ ਆ ਉਹ ਇਸ ਚੀਜ਼ ਨੂੰ ਮੰਨਦੇ ਆ ਕਿ 0 to 6 ਬੱਚੇ ਦੇ ਪਹਿਲੇ ਸਾਲ ਹੁੰਦੇ ਆ, ਇਹ ਮੁੱਢਲੇ ਸਾਲ ਹੁੰਦੇ ਆ, ਤੇ ਇਹ ਸਾਰਿਆਂ ਨਾਲੋਂ ਮਹੱਤਵਪੂਰਨ ਸਾਲ ਆ। ਅੱਛਾ, ਹੁਣ ਇੱਕ ਪਾਸੇ ਤਾਂ ਰਿਸਰਚ ਤੇ ਸਾਇੰਟਿਸਟ ਤੇ ਜਿੰਨੇ ਵੀ ਆਪਣੇ ਖੋਜ ਕਰਦੇ ਆ ਉਹਨਾਂ ਨੇ ਇਹ ਕਿਹਾ ਵੀ 0 to 6 ਈਅਰ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਆ, ਇੱਥੇ ਹੀ ਤੁਹਾਡੀ ਬੱਚੇ ਦੀ ਪਰਸਨੈਲਿਟੀ ਦਾ ਮੁੱਢ ਵੱਜਦਾ, ਤੇ ਇਹਨੂੰ ਤੁਸੀਂ ਇਹਦੇ ਤੇ ਧਿਆਨ ਕਰੋ। ਦੂਸਰੇ ਪਾਸੇ ਆਪਣਾ ਜਿਹੜਾ ਸੱਭਿਆਚਾਰ ਆ, ਖਾਸ ਕਰਕੇ ਪੰਜਾਬੀ ਸੱਭਿਆਚਾਰ ਦੇ ਵਿੱਚ ਕੁਝ ਆਪਣੀਆਂ ਮਿੱਥ
ਪ੍ਰਚਲਿਤ ਆ, ਜਿਵੇਂ ਕਿ ਬੱਚੇ ਨੂੰ ਬਾਹਲਾ ਕੁਛ ਨਾ ਕਹੋ, ਇਹ ਵੱਡਾ ਹੋ ਕੇ ਸਿੱਖ ਜੂ। ਜਦੋਂ ਕਿ ਸਾਇੰਸ ਕਹਿੰਦੀ ਆ ਕਿ ਬੱਚਾ 0 ਤੋਂ 6 ਤੱਕ ਉਹਦੀ ਪੂਰੀ ਦੀ ਪੂਰੀ ਪਰਸਨੈਲਿਟੀ ਬਣ ਜਾਂਦੀ ਆ, ਫਿਰ ਤਾਂ ਤੁਸੀਂ ਉਹਨੂੰ ਮਾੜਾ ਮੋਟਾ ਉਹਦੀ ਪਰਸਨੈਲਿਟੀ ਨੂੰ ਸਟਰੈਂਥਨ ਹੀ ਕਰ ਸਕਦੇ ਹੋ, ਜਾਂ ਘਟਾ ਸਕਦੇ ਹੋ, ਜਾਂ ਵਧਾ ਸਕਦੇ ਹੋ, ਪਰ ਉਹਦੀ ਜਿਹੜੀ ਕੋਰ ਪਰਸਨੈਲਿਟੀ ਆ ਉਹਨੂੰ ਆਪਾਂ ਤਬਦੀਲ ਨਹੀਂ ਕਰ ਸਕਾਂਗੇ। ਸੋ ਹੁਣ ਮਿਸਾਲ ਦੇ ਤੌਰ ਤੇ ਛੇਤੀ ਸਮਝਣ ਵਾਸਤੇ ਇਹ ਆ ਕਿ ਜੇ ਆਪਾਂ ਨੂੰ ਪਹਿਲੇ 3 ਸਾਲਾਂ 'ਚ ਇਹ ਪਤਾ ਲੱਗ ਜਾਏ ਕਿ ਸਾਡਾ ਬੱਚਾ ਸ਼ਰਮਾਊ ਆ, ਤੇ ਆਪਾਂ ਨੂੰ ਜੇ ਉਦੋਂ ਆਪਾਂ ਉਹਦੀ ਇਹ ਪਰਸਨੈਲਿਟੀ ਚੇਂਜ ਨਾ ਕੀਤੀ, ਉਹਦਾ ਸ਼ਰਮਾਣਾ ਘੱਟ ਨਾ ਕੀਤਾ, ਉਹਦੀਆਂ ਨਵੀਆਂ ਟੈਕਨੀਕਸ ਨਾਲ ਉਹਦੀ ਜਾਨੀ ਐਬਿਲਿਟੀ ਸਟ੍ਰੇਂਜਰਸ ਨਾਲ ਗੱਲ ਕਰਨ ਦੀ ਵਧਾਈ ਨਾ, ਤਾਂ ਫਿਰ ਉਹ ਆਪਣੀ ਵੱਡੀ ਲਾਈਫ ਦੇ ਵਿੱਚ ਵੀ ਸ਼ਰਮਾਊ ਰਹਿ ਜੂ, ਤੇ ਉਹਦੀ ਇੰਟਰੋਵਰਟਡ ਪਰਸਨੈਲਿਟੀ ਹੋ ਜੂ, ਉਹ ਆਪਣੇ ਵਿੱਚ ਜ਼ਿਆਦਾ ਸੀਮਤ ਹੋ ਜੂ, ਬਾਹਰ ਜਾਣ 'ਚ ਡਰ ਹੋ ਜੂ, ਤੇ ਚਾਂਸਸ ਹੈਗੀ ਆ ਕਿ ਉਹਨੂੰ ਸੋਸ਼ਲ ਐਂਗਜ਼ਾਇਟੀ ਹੋ ਜਾਵੇ, ਮਤਲਬ ਕਿ ਉਹ ਬਾਹਰ ਕਿਸੇ ਨਾਲ ਗੱਲ ਹੀ ਨਾ ਕਰ ਸਕੇ। ਤੇ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਜਿਹੜੇ ਪਹਿਲੇ 6 ਸਾਲ ਆ ਉਹਦੇ ਤੇ ਮਾਪਿਆਂ ਨੂੰ ਬਹੁਤ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਆ, ਤੇ ਉਹਦੇ ਤੇ ਆਪਾਂ ਥੋੜਾ ਜਿਹਾ ਅੱਜ ਕਨਸੈਂਟਰੇਟ ਕਰ ਲਈਏ ਕਿ 0 ਤੋਂ 6 ਬੋਰਡ 'ਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਮਾਪਿਆਂ ਨੂੰ, ਤੇ ਉਹ ਕਿਵੇਂ ਕਰਦੇ ਆ, ਤੇ ਉਹਨਾਂ ਨੂੰ ਕੀ ਨਹੀਂ ਕਰਨਾ ਚਾਹੀਦਾ, ਜਿਹਦੇ ਨਾਲ ਕਿ ਉਹਨਾਂ ਦੀ ਬੱਚਿਆਂ ਦੀ ਜਿਹੜੀ ਪਰਸਨੈਲਿਟੀ ਆ, ਜਿਹੜੀ ਸ਼ਖਸੀਅਤ ਆ, ਉਹ ਉਸ ਤਰ੍ਹਾਂ ਡਿਵੈਲਪ ਹੋਵੇ ਜਿਸ ਤਰ੍ਹਾਂ ਦੇ ਉਹ ਚਾਹੁੰਦੇ ਆ। ਬਿਲਕੁਲ ਸੀ। ਇਹ ਮੋਟਾ ਸਾਹਿਬ ਬਹੁਤ ਇੰਪੋਰਟੈਂਟ ਤੁਸੀਂ ਮੇਰਾ ਖਿਆਲ ਪੱਖ ਜਿਹੜਾ ਅੱਜ ਛੋਇਆ, ਪਰ ਨਾ ਇੱਥੇ ਮੁਸ਼ਕਿਲ ਜਿਹੜੀ ਮੋਸਟਲੀ ਆਉਂਦੀ ਆ, ਪਰਿਵਾਰ ਦੇ ਮੈਂਬਰ ਵੀ ਸਹਿਮਤ ਹੋਣਗੇ ਮੇਰੀ ਇਸ ਗੱਲ ਦੇ ਨਾਲ, ਕਿ ਜਦੋਂ ਜਵਾਕ ਅਜੇ ਛੋਟਾ ਜਿਹਾ ਹੁੰਦਾ, ਉਹਦੀਆਂ ਸਰੀਰਕ ਲੋੜਾਂ ਹੀ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ, ਤੇ ਸ਼ਾਇਦ ਮਾਂ ਪਿਓ ਨੂੰ ਸੰਭਾਲਣ 'ਚ, ਚੁੱਕਣ 'ਚ, ਖਿਡਾਉਣ 'ਚ, ਘੁਮਾਉਣ 'ਚ, ਉਹਨੂੰ ਖਿਡੌਣੇ ਲੈ ਕੇ ਦੇਣ 'ਚ, ਉਹਨੂੰ ਹੁਣ ਇਹਦੇ ਕੱਪੜਾ ਛੋਟਾ ਹੋ ਗਿਆ, ਉਹਨੂੰ ਗਰਮ ਪਾ ਲਓ, ਇਹਨੂੰ ਠੰਡਾ ਪਾ ਲਓ, ਉਹ ਇਸੇ ਦੇ ਵਿੱਚ ਹੀ ਰੁੱਝੇ ਰਹਿੰਦੇ ਆ ਵੀ 6 ਸਾਲ ਕਦੋਂ ਪੂਰੇ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ। ਤੇ ਫਿਰ ਇਹ ਕਦੋਂ ਕਿਵੇਂ ਅੰਦਾਜ਼ਾ ਲਾਇਆ ਜਾਵੇ ਕਿ ਬੰਦੇ ਦੀ ਜਿਹੜੀ ਜਵਾਕ ਦੀ ਜਿਹੜੀ ਪਰਸਨੈਲਿਟੀ ਹੈ ਉਹ ਕਿਸ ਪਾਸੇ ਜਾ ਰਹੀ ਹੈ। ਇਹ ਮੈਂ ਸਮਝਾ ਪਾ ਰਿਹਾ ਆਪਣੀ ਗੱਲ ਕਿ ਅਸੀਂ ਉਹਦੀ ਜਿਹੜੀ ਫਿਜ਼ੀਕਲ ਪ੍ਰੈਜ਼ੈਂਸ ਹੈ ਉਹਦੇ ਵਾਲੇ ਪਾਸੇ ਉਹਦੀ ਜਿਹੜੀ ਉਹ ਬਚਪਨਾ ਉਹਦੇ 'ਚ ਗਵਾਚ ਜਾਂਦੇ ਆ, ਤੇ ਸਾਨੂੰ ਉਹ ਯਾਦ ਹੀ ਨਹੀਂ ਆਉਂਦਾ ਵੀ ਯਾਰ ਇਹ ਬੱਚਾ ਬਣ ਕਿਵੇਂ ਦਾ ਰਿਹਾ ਜੀ। ਸੋ ਉਹ ਗੁਰਪ੍ਰੀਤ ਜੀ, ਉਹਦੇ 'ਚ ਸਾਰਿਆਂ ਨਾਲੋਂ ਪਹਿਲਾਂ ਜਿਹੜੀ 2 ਵੱਡੀਆਂ ਪਹਿਲੂਆਂ ਤੇ ਇੱਕ ਮਾਪਿਆਂ ਨੂੰ ਕਨਸੈਂਟਰੇਟ ਕਰਨਾ ਚਾਹੀਦਾ। ਇੱਕ ਬੱਚੇ ਦਾ ਉੱਠਦਾ ਕਦੋਂ ਆ, ਤੇ ਇੱਕ ਬੱਚਾ ਸੌਂਦਾ ਕਦੋਂ ਆ। ਕੀ ਉਹਦੀ ਨੀਂਦ ਪੂਰੀ ਹੁੰਦੀ ਆ? ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸ਼ੋਰ ਸ਼ਰਾਬਾ ਜ਼ਿਆਦਾ ਪੈਂਦਾ, ਤੇ ਫਿਰ ਬੱਚਾ ਗਿੱਝ ਜਾਂਦਾ ਸ਼ੋਰ ਸ਼ਰਾਬੇ 'ਚ ਪੈਣਾ, ਤੇ ਆਪਾਂ ਜਦੋਂ ਬੱਚੇ ਨੂੰ ਸੁਲਾਣੇ ਆ ਤਾਂ ਆਪਾਂ ਸ਼ੋਰ ਨੂੰ ਬੰਦ ਕਰ ਦਿੰਦੇ ਆ, ਤੇ ਫਿਰ ਬੱਚਾ ਸੋ ਨਹੀਂ ਪਾਉਂਦਾ। ਹੁਣ ਅੱਜ ਕੱਲ੍ਹ ਜਿਹੜੀ ਨਵੀਂ ਰਿਸਰਚ ਆਈ ਆ, ਉਹ ਕਹਿੰਦੇ ਆ ਕਿ ਬੱਚੇ ਦੇ ਕਮਰੇ ਦੇ ਵਿੱਚ ਵਾਟਰਫਾਲ ਦਾ ਨੋਇਜ਼ ਹੋਣਾ ਚਾਹੀਦਾ, ਤਾਂ ਕਿ ਜਿਹੜਾ ਨੋਇਜ਼ ਉਹ ਡੇ ਟਾਈਮ 'ਚ ਯੂਜ਼ ਟੂ ਆ, ਉਹੀ ਨੋਇਜ਼ ਦਾ ਲੈਵਲ ਪਾਣੀ ਡਿੱਗਦੇ ਦੀ ਜਿਹੜਾ ਨੋਇਜ਼ ਆ ਉਹਦੇ ਨਾਲ ਉਹਦੀ ਨੀਂਦ ਹੋਵੇ। ਹੁਣ ਅੱਜ ਕੱਲ੍ਹ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਬੱਚਿਆਂ ਦੀ ਪਰਵਰਿਸ਼ ਹੁੰਦੀ ਆ, ਜਿਹੜੇ 0 ਤੋਂ 6 ਸਾਲ ਦੇ ਆ, ਉਹਨਾਂ ਦੇ ਕਮਰੇ ਦੇ ਵਿੱਚ ਉਹ ਇੱਕ ਛੋਟਾ ਜਿਹਾ ਮਤਲਬ ਕਿ ਰੇਡੀਓ ਜਿਹਾ ਮਿਲਦਾ, ਉਹਦੇ ਤੇ ਔਨ ਕਰ ਦਿੰਦੇ, ਤੇ ਉਹਦੇ ਤੇ ਨੋਇਜ਼ ਹੁੰਦਾ ਪਾਣੀ ਵਾਲਾ। ਉਹ ਪਾਣੀ ਵਾਲਾ ਨੋਇਜ਼ ਲਾ ਕੇ ਬੱਚੇ ਨੂੰ ਸੁਲਾਉਂਦੇ ਆ, ਤੇ ਉਹ ਬੱਚਾ ਬੜਾ ਵਧੀਆ ਗਿੱਝ ਜਾਂਦਾ ਤੇ ਉੱਥੇ ਸੌਂਦਾ। ਹੁਣ ਮਤਲਬ ਕਿ ਇਹ ਜਿਹੜੀਆਂ ਮਾਡਰਨ ਟੈਕਨੀਕਸ ਉਹਨਾਂ ਨੇ ਲੱਭੀਆਂ, ਇਹ ਇਸ ਕਰਕੇ ਆ ਕਿ ਬੱਚੇ ਦੀ ਜਿਹੜਾ ਬਾਡੀ ਦੇ ਅੰਦਰਲੀ ਕਲੌਕ ਆ, ਅੰਦਰਲਾ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਸਿਸਟਮ ਬਣਿਆ, ਉਹਨੇ ਸੌਣਾ ਟਾਈਮ ਸਿਰ ਆ, ਫਿਰ ਉਹਨੇ ਉੱਠਣਾ ਟਾਈਮ ਸਿਰ ਆ, ਇਹ ਰਿਦਮ ਆਪਾਂ ਆਪਣੇ ਕਲਚਰ ਦੇ ਵਿੱਚ ਬੱਚੇ ਦੀ ਸੈੱਟ ਨਹੀਂ ਕਰਦੇ। ਤੇ ਕਈ ਵਾਰੀ ਇਹ ਵੀ ਦੇਖਣ 'ਚ ਆਇਆ ਕਿ ਉਹਨਾਂ ਨੂੰ ਜਦੋਂ ਵਡੇਰੀ ਉਮਰ ਹੋ ਜਾਂਦੀ ਆ, ਉਦੋਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਨੀਂਦ ਦੇ ਰਿਲੇਟਡ ਪ੍ਰੋਬਲਮਸ ਆਉਂਦੀਆਂ। ਜੇ ਆਪਣਾ ਦਿਮਾਗ ਸੌਂਦਾ ਨਹੀਂਗਾ ਤਾਂ ਆਪਾਂ ਵਧੀਆ ਅਗਲੇ ਦਿਨ ਫੰਕਸ਼ਨ ਨਹੀਂ ਕਰਦੇ। ਤੇ ਖਾਸ ਕਰਕੇ ਜਿਹੜੇ ਟੀਨੇਜਰਸ, ਹੁਣ ਗੁਰਪ੍ਰੀਤ ਜੀ ਜਿਹੜੇ ਆਪਣੇ ਹੈਗੇ ਆ, ਉਹ ਤਾਂ ਵੈਸੇ ਹੀ ਲੇਟ ਸੌਣ ਲੱਗ ਗਏ, ਕਿਉਂਕਿ ਉਹਨਾਂ ਨੂੰ ਜ਼ਿਆਦਾ ਮਜ਼ਾ ਆਉਂਦਾ ਜਦੋਂ ਮਾਪੇ ਰਾਤ ਨੂੰ ਸੌਂ ਜਾਂਦੇ ਆ, ਤੇ ਉਹ ਟੀਨੇਜਰ ਆ ਤੇ ਉਹ ਚੱਕ ਕੇ ਆਪਣੇ ਸੈੱਲਫੋਨ ਤੇ ਟਿਕਟੌਕ ਕਰਦੇ ਰਹਿੰਦੇ ਆ ਸਾਰੀ ਰਾਤ। ਤੇ ਉਦੋਂ ਜਿਹੜੀ ਉਹਨਾਂ ਦੀ ਮੈਮਰੀ ਦੀ ਟ੍ਰਾਂਸਫਰ ਹੋਣੀ ਆ, ਉਹ ਰਾਤ ਨੂੰ 2 ਵਜੇ ਹੁੰਦੀ ਆ ਆਪਣੇ। ਸੋ ਜਿਹੜਾ ਆਪਣਾ ਡੇਟਾ ਸਾਰੇ ਦਿਨ ਦਾ ਇਕੱਠਾ ਹੋਇਆ, ਉਹ ਜਾਨੀ ਇੱਕ ਹਾਰਡ ਡਰਾਈਵ ਤੇ ਪੈਣਾ, ਉਹ ਰਾਤ ਨੂੰ 2 ਵਜੇ ਟ੍ਰਾਂਸਫਰ ਹੁੰਦਾ, ਤੇ 2 ਵਜੇ ਤੱਕ ਤਾਂ ਆਪਣੇ ਬੱਚੇ ਵੈਸੇ ਹੀ ਖੇਡਦੇ ਰਹਿੰਦੇ ਆ, ਤੇ ਉਹ ਕਦੋਂ ਸੌਣਗੇ ਤੇ ਕਦੋਂ ਉਹਨਾਂ ਦਾ ਡੇਟਾ ਟ੍ਰਾਂਸਫਰ ਹੋਊਗਾ। ਇੱਕ ਪ੍ਰੋਬਲਮ ਆਪਾਂ ਨੂੰ ਪੂਰੇ ਦੁਨੀਆ ਦੇ ਵਿੱਚ ਇਹ ਆ ਰਹੀ ਆ ਕਿ ਜਿਹੜੇ ਬੱਚੇ ਆ, ਉਹਨਾਂ ਦੀ ਸ਼ਾਰਟ ਟਰਮ ਮੈਮਰੀ ਚੋਂ ਲੌਂਗ ਟਰਮ ਮੈਮਰੀ ਦੇ ਵਿੱਚ ਡੇਟਾ ਟ੍ਰਾਂਸਫਰ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ। ਸੋ ਪਹਿਲੀ ਜਿਹੜੀ ਟੈਕਨੀਕ ਆਪਾਂ ਆਪਣੇ ਦੇਖਣ ਵਾਲਿਆਂ ਨੂੰ ਇਹ ਦੇਣਾ ਚਾਹੁੰਦੇ ਆ, ਕੀ ਤੁਸੀਂ ਬੱਚੇ ਦਾ ਟਾਈਮ ਉੱਠਣ ਦਾ, ਸੌਣ ਦਾ ਨਿਯਮਤ ਕਰ ਸਕਦੇ ਹੋ?
ਜੇ ਤੁਸੀਂ ਪਹਿਲੇ ਸਾਲਾਂ 'ਚ ਇਹ ਨਿਯਮਤ ਕਰ ਲਿਆ ਵੀ ਮੇਰੇ ਬੱਚੇ ਨੇ 6 ਵਜੇ ਸ਼ਾਮ ਨੂੰ ਸੌਂ ਜਾਣਾ ਜਾਂ 7 ਵਜੇ ਸੌਂ ਜਾਣਾ, ਜਾਂ ਜਿੰਨੇ ਵਜੇ ਵੀ ਤੁਸੀਂ ਉਹਨੂੰ ਗਿਝਾ ਲਿਆ, ਉਹਦਾ ਉਹ ਕੰਟੀਨਿਊ ਰਹਿਣਾ ਚਾਹੀਦਾ ਜਦ ਤੱਕ ਉਹ 12 ਸਾਲ ਦਾ ਨਹੀਂ ਹੁੰਦਾ। ਹੁਣ ਪ੍ਰੋਬਲਮ ਇਹ ਆ ਗੁਰਪ੍ਰੀਤ ਜੀ ਕਿ ਆਪਣੇ ਜਦੋਂ ਪਾਰਟੀਆਂ ਹੁੰਦੀਆਂ ਜਾਂ ਵਿਆਹ ਸ਼ਾਦੀ ਹੁੰਦਾ, ਜਦੋਂ ਆਪਣਾ ਕੋਈ ਵੀ ਜਦੋਂ ਖੁਸ਼ੀ ਦਾ ਆਪਾਂ ਮੌਕਾ ਸੈਲੀਬ੍ਰੇਟ ਕਰਦੇ ਆ, ਉਦੋਂ ਆਪਣੇ ਸਾਰੇ ਨਿਯਮ ਟੁੱਟ ਜਾਂਦੇ ਆ ਜੀ। ਉਹ ਜਿਹੜਾ ਜੇ ਆਪਾਂ 2 ਮਹੀਨੇ ਨਿਯਮ ਨੂੰ ਬਣਾਉਣ ਨੂੰ ਲੱਗਦੇ ਆ ਤਾਂ ਇੱਕ ਦਿਨ ਨਿਯਮ ਨੂੰ ਉਹ ਸਾਰਾ ਦਾ ਸਾਰਾ ਨਿਯਮ ਇੱਕ ਦਿਨ 'ਚ ਹੀ ਤੋੜ ਕੇ ਬੱਚੇ ਦਾ ਪਾਸੇ ਹੁੰਦਾ। ਸੋ ਇਸ ਕਰਕੇ ਜੇ ਸਾਰਿਆਂ ਨਾਲੋਂ ਜ਼ਿਆਦਾ ਮੁਸ਼ਕਲ ਆ ਰਹੀ ਆ ਉਹ ਆਪਣੀ ਕਮਿਊਨਿਟੀ ਦੇ ਵਿੱਚ ਇਹ ਆ ਰਹੀ ਆ ਕਿ ਅਸੀਂ ਬੱਚੇ ਦਾ ਸੌਣਾ ਤੇ ਉੱਠਣਾ ਨਿਯਮਤ ਨਹੀਂ ਕਰ ਸਕਦੇ ਪਹਿਲੇ 6 ਸਾਲਾਂ 'ਚ, ਤੇ ਉਹਨਾਂ ਨੂੰ ਫਿਰ ਇਸ ਦੀ ਜਾਣੀ ਮੁਸ਼ਕਲਾਂ 16ਵੇਂ ਸਾਲ ਤੋਂ ਲੈ ਕੇ ਤੇ 21 ਸਾਲ ਤੱਕ ਫਿਰ ਉਹਨਾਂ ਨੂੰ ਭੁਗਤਣੀਆਂ ਪੈਂਦੀਆਂ। ਇਸ ਕਰਕੇ ਪਹਿਲਾ ਟਿਪ ਤਾਂ ਮੈਂ ਇਹ ਦੇਣਾ ਚਾਹੂੰਗਾ ਕਿ ਕੀ ਤੁਹਾਡਾ 0 to 6 year old ਦੇ ਬੱਚੇ ਦਾ ਜਿਹੜਾ ਸੌਣਾ ਤੇ ਉਹਦਾ ਉੱਠਣਾ, ਕੀ ਤੁਸੀਂ ਇੱਕ ਨਿਯਮਤ ਟਾਈਮ ਸੈੱਟ ਕੀਤਾ ਹੋਇਆ ਕਿ ਉਹ ਇੰਨੀ ਟਾਈਮ ਤੇ ਸੌਂ ਜਾਂਦਾ, ਇੰਨੀ ਟਾਈਮ ਤੇ ਉੱਠਦਾ? ਜਦੋਂ ਛੋਟਾ ਬੱਚਾ ਹੁੰਦਾ ਉਹ ਤਿੰਨ ਵਾਰੀ ਵੀ ਸੌਂਦਾ, ਤੇ ਪਰ ਇੱਕ ਟਾਈਮ ਐਸਾ ਆਊਗਾ ਜਦੋਂ ਉਹ 2 ਵਾਰੀ ਸੌਂਗਾ, ਜਾਨੀ ਉਹ ਰਾਤ ਨੂੰ ਸੌਂਗਾ ਤੇ ਸਵੇਰੇ ਉੱਠੂਗਾ। ਲੇਕਿਨ ਉਹ ਸੌਣਾ ਕਦੋਂ ਆ ਤੇ ਉੱਠਣਾ ਕਦੋਂ ਆ, ਉਹ ਤੁਹਾਡਾ ਟਾਈਮ ਨਿਯਮਤ ਹੋਣਾ ਚਾਹੀਦਾ। ਤੁਸੀਂ ਆਪਣੇ ਹਸਬੈਂਡ ਵਾਈਫ ਜਾਂ ਸਾਂਝਾ ਪਰਿਵਾਰ ਬੈਠ ਕੇ ਤੁਸੀਂ ਉਹਦਾ ਟਾਈਮ ਨਿਯਮਤ ਕਰਕੇ ਤੇ ਉਹਦੇ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਆ। ਤੁਹਾਡੀ ਕੋਈ ਹੋਰ ਚੀਜ਼ ਨਹੀਂ ਹੋਣੀ ਚਾਹੀਦੀ, ਤੁਹਾਡੇ ਬੱਚੇ ਦਾ ਸੌਣਾ ਡਿਸਟਰਬ ਨਹੀਂ ਹੋਣਾ ਚਾਹੀਦਾ ਪਹਿਲੇ 10 ਤੋਂ 12 ਸਾਲ। ਬਿਲਕੁਲ ਸਹੀ। ਇਹ ਬੜੀ ਇੰਪੋਰਟੈਂਟ ਗੱਲ ਤੁਸੀਂ ਦੱਸੀ ਵੈਸੇ ਮੋਟਾ ਸਾਹਿਬ, ਕਿਉਂਕਿ ਇਹਦੇ ਵਾਲੇ ਪਾਸੇ ਮੋਸਟਲੀ ਧਿਆਨ ਕਈ ਵਾਰ ਨਹੀਂ ਦਿੱਤਾ ਜਾਂਦਾ। ਕਿਸੇ ਵੇਲੇ ਇਹ ਹੁੰਦਾ ਵੀ ਉਹ ਇਹ ਤੰਗ ਕਰਦਾ, ਇਹਨੂੰ ਦਿਨੇ ਸਵਾ ਦਿਓ, ਉਹ ਕਹਿੰਦਾ ਵੀ ਉਹ ਅਜੇ ਹੁਣੇ ਤੇ ਸੁੱਤਾ ਸੀ, ਇਹਨੂੰ ਹੁਣੇ ਨਾ ਸਵਾਓ, ਥੋੜ੍ਹਾ ਇਹਨੂੰ ਜਾਗਦਾ ਰੱਖੋ ਅਜੇ, ਫਿਰ ਮੁੜ ਕੇ ਨਹੀਂ ਤੇ ਰਾਤ ਨੂੰ ਇਹ ਉੱਠ ਖੜ੍ਹਦਾ। ਇਹ ਮੁਸ਼ਕਿਲ ਵਾਕਿਆ ਆਉਂਦੀ ਹੈ। ਤਾਂ ਮਤਲਬ ਇਹ ਹੋ ਗਿਆ ਕਿ ਜਿਹੜੀ ਨੀਂਦ ਹੈ ਪ੍ਰੋਪਰ, ਉਹ ਬਹੁਤ ਵੱਡਾ ਰੋਲ ਨਿਭਾਉਂਦੀ ਹੈ ਬੰਦੇ ਦੀ ਪਰਸਨੈਲਿਟੀ ਦੇ ਵਿੱਚ ਜਾਂ ਜਵਾਕ ਦੀ ਪਰਸਨੈਲਿਟੀ ਦੇ ਵਿੱਚ, ਉੱਧਰ ਧਿਆਨ ਦੇਣਾ ਚਾਹੀਦਾ। ਅੱਛਾ, ਹੋਰ ਕਿਹੜੀ ਚੀਜ਼ ਦਾ ਖਿਆਲ ਰੱਖਿਆ ਜਾਵੇ ਜੀ 0 ਤੋਂ 6 ਸਾਲ ਦੇ ਵਿੱਚ ਇਹ ਬੱਚਾ ਹੈ ਪਰਿਵਾਰ 'ਚ? ਤਾਂ ਸੋ ਦੂਸਰੀ ਚੀਜ਼ ਆ ਗੁਰਪ੍ਰੀਤ ਜੀ ਕਿ ਬੱਚੇ ਨੂੰ ਨੋ ਨਹੀਂ ਕਹਿਣਾ। ਲੇਕਿਨ ਆਪਾਂ ਹਮੇਸ਼ਾ ਹੀ ਬੱਚੇ ਨੂੰ ਇਹ ਕਹਿੰਦੇ ਆ ਵੀ ਡੋਂਟ ਟੱਚ, ਇਹਨੂੰ ਨਹੀਂ ਛੇੜਨਾ, ਆ ਨਹੀਂ ਕਰਨਾ, ਇੱਧਰ ਨਾ ਭੱਜ, ਆ ਤੇਰੇ ਸੱਟ ਲੱਗ ਜੂ। ਉਹ ਕਹਿੰਦੇ ਵੀ ਜਿੰਨੀ ਵਾਰੀ ਵੀ ਤੁਸੀਂ ਬੱਚੇ ਨੂੰ ਨੋ ਕਹੋਗੇ, ਡੋਂਟ ਟੱਚ ਜਾਂ ਨੋ ਦਿਸ ਇਜ਼ ਨਾਟ ਗੁੱਡ ਫਾਰ ਯੂ, ਜਿੰਨੀ ਵਾਰੀ ਵੀ ਤੁਸੀਂ ਨੋ ਕਹੋਗੇ ਉਨਾ ਹੀ ਵਾਰੀ ਤੁਹਾਡਾ ਬੱਚਾ ਉਸ ਚੀਜ਼ ਨੂੰ ਜ਼ਿਆਦਾ ਕਰੂਗਾ। ਸੋ ਇਹਦਾ ਮਤਲਬ ਆ ਜਿਹੜੀ ਚੀਜ਼ ਨੂੰ ਤੁਸੀਂ ਰੋਕੋਗੇ ਉਹਦੇ ਦਿਮਾਗ ਦੀਆਂ ਲਕੀਰਾਂ ਉਸੇ ਚੀਜ਼ ਨੂੰ ਪੱਕੀਆਂ ਕਰ ਲਈਆਂ। ਸੋ ਹੁਣ ਅਸੀਂ ਇਹ ਰეკਮੈਂਡ ਕਰਦੇ ਹਾਂ ਕਿ ਤੁਸੀਂ ਬੱਚੇ ਨੂੰ ਨੋ ਨਹੀਂ ਕਹਿਣਾ ਪਹਿਲੇ 6 ਸਾਲ। ਤੁਸੀਂ ਉਹਨੂੰ ਚੱਕ ਕੇ ਉੱਥੋਂ ਪਰਾਂ ਕਰ ਦਿਓ। ਜੇ ਫਰਜ਼ ਕਰ ਲਓ ਉਹ ਬੱਚਾ ਟੈਲੀਵਿਜ਼ਨ ਛੇੜੀ ਜਾਂਦਾ ਔਰ ਤੁਹਾਨੂੰ ਪਤਾ ਉਹ ਟੈਲੀਵਿਜ਼ਨ ਛੇੜੀ ਜਾਂਦਾ, ਤੇ ਤੁਸੀਂ ਸੋਫੇ ਤੇ ਬਹਿ ਕੇ ਬੱਚੇ ਨੂੰ ਇਹ ਨਹੀਂ ਕਹਿਣਾ ਨੋ ਬੇਟੇ ਡੋਂਟ ਟੱਚ ਇਟ ਯੂ ਗੋਨਾ ਬ੍ਰੇਕ ਇਟ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ। ਤੁਸੀਂ ਜਾਓ, ਉਹ ਬੱਚੇ ਨੂੰ ਚੱਕ ਕੇ ਕਿਸੇ ਖਿਡੌਣੇ ਕੰਨੀ ਨੂੰ ਲਾ ਕੇ ਤੇ ਉਹਦੇ 10-15 ਸਕਿੰਟ ਲੱਗਣਗੇ ਤੇ ਉਹਦਾ ਅਟੈਂਸ਼ਨ ਡਿਵਰਟ ਹੋ ਜਾਊਗਾ ਛੋਟੇ ਬੱਚੇ ਦਾ ਜਿਹੜਾ ਅੰਡਰ 2 ਇਅਰਸ ਆ। ਇੱਕ ਛੋਟੇ ਬੱਚੇ ਦੀ 2 ਸਾਲ ਦੀ ਅਟੈਂਸ਼ਨ ਸਪੈਨ ਸਿਰਫ ਮੈਕਸਿਮਮ 30 ਸੈਕਿੰਡ ਹੁੰਦੀ ਆ। 30 ਸਕਿੰਟ ਤੋਂ ਬਾਅਦ ਬੱਚਾ ਭੁੱਲ ਜਾਂਦਾ ਤੇ ਉਹ ਚੇਂਜ ਹੋ ਜਾਂਦਾ। ਸੋ ਇਸ ਕਰਕੇ ਜਿਹੜੀ ਸਾਰਿਆਂ ਨਾਲੋਂ ਵੱਡੀ ਜਿਹੜੀ ਆਪਣੀ ਮਤਲਬ ਕਿ ਇੱਕ ਮੈਂ ਜਿਹੜਾ ਟਿਪ ਦੇਣਾ ਚਾਹਨਾ ਆਪਣੇ ਮਾਪਿਆਂ ਨੂੰ ਜਿਨ੍ਹਾਂ ਦੇ 0 to 6 year old ਬੱਚੇ ਆ, ਪਲੀਜ਼ ਤੁਸੀਂ ਆਪਣੇ ਬੱਚੇ ਨੂੰ ਨੋ ਨਾ ਕਹੋ। ਤੁਸੀਂ ਉੱਠ ਕੇ ਉਹਨੂੰ ਪਾਸੇ ਕਰ ਦਿਓ। ਤੁਸੀਂ ਉਹਦੇ ਨਾਲ ਆਰਗੂਮੈਂਟ ਨਾ ਕਰੋ, ਉਹਨੂੰ ਸਮਝਾਓ ਨਾ, ਕਿਉਂਕਿ ਹਜੇ ਉਹਦਾ ਬ੍ਰੇਨ ਡਿਵੈਲਪ ਨਹੀਂ ਹੋਇਆ ਸਮਝਣ ਵਾਸਤੇ। ਤੁਸੀਂ ਉਹਨੂੰ ਪਾਸੇ ਕਰ ਦਿਓ ਉਤੋਂ। ਤੇ ਤੁਸੀਂ ਕਈ ਵਾਰੀ ਦੇਖੋਗੇ ਕਿ ਜੇ ਤੁਹਾਡੇ ਕੋਲੇ 2 ਸਾਲ ਦਾ ਬੱਚਾ ਤੇ ਤੁਸੀਂ ਉਹਨੂੰ ਪਤਾ ਵੀ ਮੈਂ ਗਲਤ ਕੰਮ ਕਰ ਰਿਹਾ, ਫਰਜ਼ ਕਰ ਲਓ ਉਹਨੇ ਕੋਈ ਭੁੰਜੋ ਚੀਜ਼ ਚੱਕ ਕੇ ਆਪਣੇ ਹੱਥ 'ਚ ਫੜੀ ਆ ਔਰ ਤੁਹਾਡੇ ਕੰਨੀ ਦੇਖ ਰਿਹਾ ਔਰ ਉਹਨੂੰ ਪਤਾ ਵੀ ਉਹਨੇ ਮੂੰਹ 'ਚ ਪਾਣੀ ਆ, ਤੁਸੀਂ ਕਹੋਗੇ ਡੋਂਟ ਪੁੱਟ ਇਟ ਇਨ ਯਰ ਮਾਊਥ। ਹੁਣ ਉਹਨੂੰ ਪਤਾ ਲੱਗ ਗਿਆ ਮੇਰੇ ਮਾਪੇ ਮੇਰੇ ਕੰਨੀ ਅਟੈਂਸ਼ਨ ਪੇ ਕਰ ਰਿਹਾ, ਉਹਨੇ ਹੁਣ ਜਾਣ ਕੇ ਮੂੰਹ 'ਚ ਪਾਣੀ ਆ, ਤੇ ਤੁਸੀਂ ਉਹਨੂੰ ਕਹੋਗੇ ਵੀ ਯਾਰ ਤੈਨੂੰ ਮੈਂ ਕਹੀ ਜਾਣਾ ਵੀ ਡੋਂਟ ਪੁੱਟ ਇਟ ਇਨ ਦਾ ਮਾਊਥ, ਇਟਸ ਨਾਟ ਗੁੱਡ। ਤੁਸੀਂ ਐਂ ਕਰੀ ਜਾਂਦੇ ਹੋ ਤੇ ਉਹ ਬੱਚੇ ਨੂੰ ਬੜਾ ਮਜ਼ਾ ਆ ਰਿਹਾ ਵੀ ਮੇਰੇ ਮੰਮੀ ਡੈਡੀ ਮੈਨੂੰ ਕਹਿ ਰਹੇ ਆ, ਤੇ ਉਹ ਸਗੋਂ ਹੋਰ ਜਾਣ ਕੇ ਤੁਹਾਡੇ ਕੰਨੀ ਦੇਖੀ ਵੀ ਜਾਂਦਾ ਤੇ ਆਪਣੇ ਮੂੰਹ 'ਚ ਵੀ ਪਾਈ ਜਾਂਦਾ। ਉਹ ਮੈਂ ਕਹਿੰਦਾ ਵੀ ਉਹ ਆਪਾਂ ਬਿਲਕੁਲ ਇਸ ਤਰ੍ਹਾਂ ਦੀਆਂ ਨਾ ਕਰੀਏ, ਕਿਉਂਕਿ ਉਹਦੇ ਨਾਲ ਬੱਚੇ ਦਾ ਜਿਹੜਾ ਖੇਡਣ ਦਾ ਤਵੱਜੋ ਉਹਨੂੰ ਲੱਗਦਾ, ਕਿਉਂਕਿ ਉਹਨੂੰ ਨੋ ਦਾ ਹਜੇ ਕਨਸੈਪਟ ਨਹੀਂ ਡਿਵੈਲਪ ਹੋਇਆ। ਉਹਨੂੰ ਲੱਗਦਾ ਇਹ ਜਦੋਂ ਵਰਡ ਕਹਿਣਗੇ ਤਾਂ ਇਹਦਾ ਮਤਲਬ ਇਹ ਮੇਰੇ ਨਾਲ ਖੇਡ ਰਹੇ ਆ, ਤੇ ਉਹਦੇ ਦਿਮਾਗ ਦੇ ਵਿੱਚ ਨੋ ਇੱਕ ਡਿਫਰੈਂਟ ਕਨਸੈਪਟ ਲੈ ਕੇ ਹੀ ਵੱਡਾ ਹੋ ਜਾਂਦਾ ਉਹ ਵਿਚਾਰਾ। ਤੇ ਉਹਨੂੰ ਜਦੋਂ ਤੱਕ ਇਹ ਸਮਝ ਆਉਂਦੀ ਆ ਵੀ ਮੇਰੇ ਮਾਪੇ ਨੋ ਕਿਉਂ ਕਹਿੰਦੇ ਆ, ਉਦੋਂ ਤੱਕ ਬਹੁਤ ਲੇਟ ਹੋ ਜਾਂਦਾ। ਸੋ ਇੱਕ ਤਾਂ ਮੈਂ ਪੇਰੈਂਟਸ ਨੂੰ
ਸੁਜੈਸਟ ਕਰਦਾ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਨੋ ਨਾ ਕਹੋ, ਤੁਸੀਂ ਉਹਨੂੰ ਜਾ ਕੇ ਉਸ ਜਗ੍ਹਾ ਤੋਂ ਪਾਸੇ ਕਰ ਦਿਓ, ਬਸ ਤੁਹਾਡਾ ਇੰਨਾ ਹੀ ਕੀ ਕੰਮ ਆ। ਹਾਂ ਥੋੜਾ ਟਾਈਮ ਲੱਗੂਗਾ, ਲੇਕਿਨ ਤੁਹਾਡਾ ਬੱਚੇ ਨੂੰ ਇਹ ਕਨਸੈਪਟ ਪਤਾ ਲੱਗ ਜੂ ਕਿ ਮੈਂ ਕੁਝ ਚੀਜ਼ ਕਰ ਰਿਹਾ ਸੀ, ਮੈਨੂੰ ਉੱਥੋਂ ਰਿਮੂਵ ਕਰ ਦਿੱਤਾ ਗਿਆ, ਇਹਦਾ ਮਤਲਬ ਮੈਂ ਉਹ ਕੰਮ ਨਹੀਂ ਕਰਨਾ, ਮੈਨੂੰ ਫੇਰ ਚੱਕ ਕੇ ਪਾਸੇ ਕਰ ਦੇਣਗੇ। ਉਹ ਜਿਹੜਾ ਕਨਸੈਪਟ ਆ ਉਹ ਮੱਚ ਬੈਟਰ ਆ ਤੁਹਾਡੇ ਬੋਲਣ ਦੇ ਕਨਸੈਪਟ ਨਾਲੋਂ। ਬੁੱਟਾ ਸਾਹਿਬ ਇਹ ਗੱਲ ਬੜੀ ਇੰਪੋਰਟੈਂਟ ਤੁਸੀਂ ਸਮਝਾਈ, ਪਰ ਮੁਸ਼ਕਿਲ ਇਹ ਆ ਨਾ ਕਿ ਵੀ ਇਹ ਤਾਂ ਆਮ ਹੀ ਹੋ ਜਾਂਦੀ ਹੈ ਵੀ ਹੁਣ ਮੰਨ ਲਓ ਜਵਾਕ ਆ, ਉਹ ਪਹਿਲਾਂ ਮੰਨ ਲਓ ਟੀਵੀ ਨਾਲ ਪੰਗੇ ਲੈਣ ਡਿਆ, ਤੁਸੀਂ ਉਹਨੂੰ ਚੱਕ ਕੇ ਇੱਧਰ ਖਿਡਾਉਣ ਵਾਲੇ ਪਾਸੇ ਰੱਖਿਆ, ਇੱਥੋਂ ਉੱਠੂਗਾ ਤੇ ਉਹਨੇ ਉਦੋਂ ਬਾਅਦ ਕੋਈ ਨਾ ਕੋਈ ਹੋਰ ਚੀਜ਼ ਫੜ ਲੈਣੀ ਵੀ ਮੈਂ ਕੋਈ ਕੱਚ ਦੀ ਚੀਜ਼ ਘਸੀਟਾਂ ਜਾਂ ਮੈਂ ਸੁੱਟਾਂ, ਉਧਰੋਂ ਚੱਕ ਕੇ ਕਿਤੇ ਹੋਰ ਰੱਖਾਂਗੇ ਤੇ ਉਹਨੇ ਚਿਰ ਨੂੰ ਉਹਨੇ ਕੋਈ ਨਾ ਕੋਈ ਹੋਰ ਪੰਗਾ ਲੈ ਲੈਣਾ। ਫਿਰ ਵਿੱਚ ਕਿਤੇ ਨਾ ਕਿਤੇ ਉਹ ਡਾਂਟਣਾ ਤੇ ਪੈਂਦਾ ਹੀ ਆ ਵੀ ਇਦਾਂ ਨਹੀਂ ਕਰਨਾ, ਤੈਨੂੰ ਮੈਂ ਦੱਸਿਆ ਨਾ ਤੂੰ ਵਾਰ-ਵਾਰ ਸਿਰਖਾਨਾ ਜਾਂ ਸਿਰਖਾਨੀ ਆ। ਉਹ ਜਿਹੜਾ ਡਾਂਟਣ ਵਾਲਾ ਕੰਮ ਹੈ ਉਹ ਕੀਤਾ ਜਾ ਸਕਦਾ ਕਿ ਉਹ ਡਾਂਟਣਾ ਨਹੀਂ ਚਾਹੀਦਾ? ਨਹੀਂ, ਉਹ ਕਿਉਂਕਿ ਉਹਦਾ ਦਿਮਾਗ ਨਹੀਂ ਹੈ, ਉਹਦਾ 6 ਸਾਲ ਦੇ ਬੱਚੇ ਦਾ ਹਜੇ ਕਨਸੈਪਟ ਨਹੀਂ ਬਣਿਆ, ਉਹਨੂੰ ਇਹ ਸਮਝ ਨਹੀਂ ਆ। ਹੋਣਾ ਇਹ ਚਾਹੀਦਾ ਕਿ ਜਿਹੜਾ ਬੱਚਾ ਉਹਦੇ ਚ ਕੁਦਰਤੀ ਤੌਰ ਤੇ ਰੱਬ ਨੇ ਕਿਉਰਿਓਸਿਟੀ ਬਖਸ਼ੀ ਆ। ਕਿਉਰਿਓਸਿਟੀ ਦਾ ਮਤਲਬ ਉਹਨੇ ਖੋਜ ਕਰਨੀ ਆ, ਉਹਨੂੰ ਬੜੀ ਚੀਜ਼ਾਂ ਚੰਗੀਆਂ ਲੱਗਦੀਆਂ, ਜਿਹੜੀ ਚੀਜ਼ ਉਹਦੇ ਸਮਝ ਨਹੀਂ ਆਦੀ ਉਹਨੂੰ ਪਰਖਣਾ। ਉਹ ਜਿਹੜਾ ਪਰਖਣਾ, ਜਦੋਂ ਮੇਰੇ ਵੀ ਮਤਲਬ ਕਿ 1.5 ਸਾਲ ਦਾ ਦੋਤਾ, ਉਹਨੂੰ ਅਸੀਂ ਕੀ ਕਰਦੇ ਹਾਂ ਕਿ ਜਦੋਂ ਅਸੀਂ ਕਿਸੇ ਆਪਣੇ ਘਰ ਲਿਜਾਂਦੇ ਹਾਂ ਜਾਂ ਕਿਸੇ ਹੋਰ ਦੇ ਉਹ ਘਰ ਜਾਂਦਾ, ਪਹਿਲਾਂ ਉਹਨੂੰ ਸਾਰੇ ਘਰ ਦਾ ਗੇੜਾ ਦਵਾਉਂਦੇ ਆ। ਉਹਨੂੰ ਕਹਿੰਦੇ ਵੀ ਤੂੰ ਜਿਹੜੀ ਚੀਜ਼ ਨੂੰ ਟੱਚ ਕਰਨਾ ਤੂੰ ਇਹਨੂੰ ਦੇਖ ਲੈ ਇੱਕ ਵਾਰੀ ਹੱਥ ਲਾ ਕੇ। ਉਹ ਸਾਰੀਆਂ ਫੋਟੋਆਂ, ਸਾਰੇ ਉਹਨਾਂ ਦੇ ਟੀਵੀ, ਰਿਮੋਟ, ਦਰਵਾਜ਼ੇ 'ਚ, ਖਿੜਕੀਆਂ 'ਚ ਜੋ ਕੁਛ ਵੀ ਉਹਨਾਂ ਨੇ ਟਿਕਾਇਆ ਹੋਇਆ, ਉਹ ਅਸੀਂ ਸਾਰੇ ਘਰ 'ਚ ਉਹਨੂੰ ਗੇੜਾ ਦਵਾ ਦੇਈਦਾ। ਉਹਦੀ ਹੁਣ ਕਿਉਰਿਓਸਿਟੀ ਖਤਮ ਹੋ ਗਈ। ਉਹਨੇ ਜਿਹੜੀ ਚੀਜ਼ ਨੂੰ ਉਹਨੇ ਟੁੱਟ ਕੇ ਪੈਣਾ ਸੀ, ਉਹਨੂੰ ਅਸੀਂ ਪਹਿਲਾਂ ਹੀ ਕਹਤਾ ਵੀ ਤੂੰ ਇਹਨੂੰ ਫੜ ਕੇ ਦੇਖ ਲਾ, ਤੇ ਅਸੀਂ ਕੋਲੇ ਖੜ ਜਾਂਦੇ ਆ ਤੇ ਫਿਰ ਉਹਨੂੰ ਕਹਿੰਦੇ ਆ ਵੀ ਹੁਣ ਤੂੰ ਇੱਥੇ ਰੱਖ ਦੇ, ਹੁਣ ਤੂੰ ਨਵੀਂ ਚੀਜ਼ ਦੇਖ ਲਾ। ਜਦੋਂ ਤੁਸੀਂ ਇੱਕ ਵਾਰੀ ਬੱਚੇ ਦੇ ਨਾਲ ਐਂ ਕਰੋਗੇ, ਉਹਦੀ ਕਿਉਰਿਓਸਿਟੀ ਖਤਮ ਹੋ ਜਾਊਗੀ, ਉਹ ਹੁਣ ਜਾਊਗਾ ਨਹੀਂ। ਹੁਣ ਉਹ ਉਹਨਾਂ ਚੀਜ਼ਾਂ ਕੋਲ ਹੀ ਜਾਊਗਾ ਜਿਹੜੀ ਚੀਜ਼ ਨਾਲ ਉਹਨੇ ਖੇਲਣਾ। ਮਿਸਾਲ ਦੇ ਤੌਰ ਤੇ ਤੁਸੀਂ ਉਹਦੇ ਨਾਲ 10-15 ਟॉय ਰੱਖ ਲਏ, ਉਹਨੇ ਬੈਠ ਕੇ ਬੜੇ ਆਰਾਮ ਦੇ ਨਾਲ ਆਪਣੇ ਟॉयਜ਼ ਨਾਲ ਖੇਡੀ ਜਾਣਾ। ਹੁਣ ਉਹਨੇ ਟੀਵੀ ਦੇ ਕੰਨੀ ਨਹੀਂ ਜਾਣਾ, ਕਿਉਂਕਿ ਟੀਵੀ ਦੇ ਕੰਨੀ ਜਾਣ ਤੋਂ ਤੁਸੀਂ ਉਹਨੂੰ ਮਨਾ ਕਰਤਾ, ਉਹਦੀ ਕਿਉਰਿਓਸਿਟੀ ਖਤਮ ਕਰਤੀ ਤੁਸੀਂ। ਸੋ ਇਸ ਕਰਕੇ ਇੱਕ ਤਾਂ ਇਹ ਚੀਜ਼ ਬਹੁਤ ਇੰਪੋਰਟੈਂਟ ਆ, ਤੇ ਦੂਸਰੀ ਹੈਗੀ ਕਿ ਆਪਾਂ ਉਮਰ ਦੇ ਹਿਸਾਬ ਨਾਲ ਬੱਚੇ ਨੂੰ ਜ਼ਿੰਮੇਵਾਰੀ ਨਹੀਂ ਦਿੰਦੇ ਜੀ। ਹੁਣ ਸਾਲ ਦੇ ਤੌਰ ਤੇ 1 ਸਾਲ ਦਾ ਬੱਚਾ ਰੋਟੀ ਖਾ ਸਕਦਾ, ਲੇਕਿਨ ਅਸੀਂ ਨਹੀਂ ਦਿੰਦੇ। ਅੱਛਾ, ਹੁਣ ਆਪਾਂ ਨੂੰ ਇਹ ਡਰ ਹੁੰਦਾ ਕਿ ਬੱਚਾ ਆਪਣੇ ਆਪ ਨੂੰ ਲਪੇੜ ਲੂ, ਮੂੰਹ ਸਿਰ ਤੇ ਦਹੀਂ ਦੂਈ ਲਾ ਲੂ, ਸਿਰ 'ਚ ਵੀ ਪਾ ਲੂ, ਤੇ ਉਹ ਹੋ ਸਕਦਾ ਆਪਣੇ ਕੱਪੜਿਆਂ ਤੇ ਵੀ ਦਾਲ ਦੂਲ ਡੋਲ ਲਵੇ। ਆਪਾਂ ਨੂੰ ਇਹ ਪਤਾ ਵੀ ਉਹ ਕਰੂਗਾ, ਲੇਕਿਨ ਉਹ ਜਿਹੜਾ ਉਹਦਾ ਆਈ ਹੈਂਡ ਕੋਆਰਡੀਨੇਸ਼ਨ ਆ, ਹੱਥਾਂ ਦਾ ਤੇ ਅੱਖਾਂ ਦਾ ਜਿਹੜਾ ਕੋਆਰਡੀਨੇਸ਼ਨ ਆ, ਕਿ ਉਹਦਾ ਹੱਥ ਮੂੰਹ 'ਚ ਜਾਣਾ ਚਾਹੀਦਾ, ਉਹ ਜਿਹੜੀ ਕੋਆਰਡੀਨੇਸ਼ਨ ਆ ਉਹ ਸਾਰੀ ਉਮਰ ਕੰਮ ਆਊਗੀ ਉਹਦੇ। ਲੇਕਿਨ ਅਸੀਂ ਕੀ ਕਰਦੇ ਹਾਂ ਕਿ ਮਦਰਸ ਤੇ ਖਾਸ ਕਰਕੇ ਜਿਹੜੀਆਂ ਆਪਣੀਆਂ ਦਾਦੀਆਂ ਤੇ ਨਾਨੀਆਂ, ਉਹਨਾਂ ਨੂੰ ਬਹੁਤ ਵਧੀਆ ਲੱਗਦਾ ਕਿ ਬੱਚੇ ਦੇ ਮੂੰਹ ਦੇ ਵਿੱਚ ਰੋਟੀ ਦੀਆਂ ਬੁਰਕੀਆਂ ਪਾਣੀਆਂ, ਕਿਉਂਕਿ ਉਹਨਾਂ ਦਾ ਉਹ ਮਮਤਾ ਜਾਗਦੀ ਆ, ਉਹਨਾਂ ਨੂੰ ਬਹੁਤ ਵਧੀਆ ਲੱਗਦਾ। ਤੇ ਕਈ ਵਾਰੀ ਤੁਸੀਂ ਜਦੋਂ ਧਾਰਮਿਕ ਸਥਾਨਾਂ ਤੇ ਆਪਾਂ ਜਾਂਦੇ ਹਾਂ ਤੇ ਲੰਗਰ ਦੇ ਵਿੱਚ ਬੈਠਦੇ ਹਾਂ, ਤੇ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਜਿਹੜੀਆਂ ਬਜ਼ੁਰਗ ਮਾਤਾਵਾਂ, ਉਹ 8-8, 9 ਸਾਲ ਦੇ ਬੱਚਿਆਂ ਦੇ ਵੀ ਬੁਰਕੀਆਂ ਨਾਲ ਲਾ ਕੇ ਪਾਈ ਜਾਂਦੀਆਂ। ਸੋ ਉਹ ਜਿਹੜਾ ਬਹੁਤ ਜ਼ਿਆਦਾ ਕੰਮ ਖਰਾਬ ਕਰਦਾ ਬੱਚੇ ਦੀ ਆਈ ਹੈਂਡ ਕੋਆਰਡੀਨੇਸ਼ਨ ਦੇ ਵਿੱਚ। ਬੱਚੇ ਦੀ ਐਬਿਲਿਟੀ ਟੂ ਡਿਟਰਮਨ ਕਿ ਮੈਂ ਕਿਵੇਂ ਖਾਣਾ, ਮੇਰੀ ਇਹ ਰਿਸਪੌਂਸਿਬਿਲਿਟੀ ਆ ਫੂਡ ਨਾਲ, ਉਹ ਜਿਹੜੀ ਫੂਡ ਦੀ ਰਿਸਪੌਂਸਿਬਿਲਿਟੀ ਆ ਉਹ ਮਾਪਿਆਂ ਦੀ ਬਣ ਗਈ, ਬੱਚੇ ਦੀ ਨਹੀਂ ਰਹੀ। ਹੁਣ ਬੱਚੇ ਨੇ ਕਰਨਾ ਤੇ ਬੱਚੇ ਦੀ ਪਾਵਰ ਜ਼ਿਆਦਾ ਆ ਜੂਗੀ, ਕਿਉਂਕਿ ਜੇ ਮੈਂ ਉਹਦੇ ਮੂੰਹ 'ਚ ਬੁਰਕੀ ਪਾਣਾ ਤਾਂ ਉਹਨੇ ਮੂੰਹ ਘੁੱਟ ਲੈਣਾ ਤੇ ਉਹਨੇ ਕਹਿਣਾ ਨਹੀਂ ਮੈਂ ਤਾਂ ਨਹੀਂ ਖਾਂਦਾ। ਫਿਰ ਜਿਹੜਾ ਦਾਦੀ ਆ ਜਾਂ ਨਾਨੀ ਆ, ਉਹਨੂੰ ਕਹਿਣਾ ਪੈਣਾ ਚੰਗਾ ਫਿਰ ਮੈਂ ਤੈਨੂੰ ਖੀਰ ਨਾਲ ਦਵਾਂ, ਫਿਰ ਉਹਨੇ ਸਿਰ ਹਿਲਾ ਦੇਣਾ ਵੀ ਹਾਂ ਮੈਨੂੰ ਖੀਰ ਦੇ ਦਿਓ। ਫਿਰ ਆਪਾਂ ਉਹਦੇ ਮੂੰਹ 'ਚ ਖੀਰ ਪਾਣੀ ਆ, ਜਾਂ ਆਪਾਂ ਉਹਦੇ ਮੂੰਹ 'ਚ ਦਹੀਂ ਪਾਣੀ ਆ, ਜਾਂ ਆਪਾਂ ਜਿਹੜੀ ਚੀਜ਼ ਉਹ ਮੰਗਦਾ। ਇਹਦਾ ਮਤਲਬ ਉਹਦੇ ਕੋਲੇ ਤਾਕਤ ਆਉਂਦੀ ਜਾਂਦੀ ਆ ਤੇ ਸਾਡੀ ਤਾਕਤ ਘਟਦੀ ਜਾਂਦੀ ਆ। ਹੁਣ ਜਦੋਂ 6 ਸਾਲ ਤੋਂ ਬਾਅਦ ਉਸ ਬੱਚੇ ਕੋਲੇ ਇੰਨੀ ਜ਼ਿਆਦਾ ਤਾਕਤ ਆਜੂ ਕਿ ਉਹ ਕਦੇ ਵੀ ਰੁੱਸ ਸਕਦਾ, ਕਦੇ ਵੀ ਕਲੇਸ਼ ਕਰ ਸਕਦਾ ਤੁਹਾਡੇ ਵਾਸਤੇ, ਤੇ ਤੁਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਕਹੂਗਾ ਨਹੀਂ ਮੈਂ ਨਹੀਂ ਸਮਝਦਾ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਬੱਚੇ ਦੇ ਮੂੰਹ ਦੇ ਵਿੱਚ ਬੁਰਕੀਆਂ ਨਹੀਂ ਪਾਣੀਆਂ 1 ਸਾਲ ਤੋਂ ਬਾਅਦ, ਉਹਨੂੰ ਆਪੇ ਖਾਣ ਦਿਓ ਭਾਵੇਂ ਘੰਟਾ ਲੱਗ। ਬਿਲਕੁਲ ਸਹੀ, ਇਹ ਬੜੀ ਇੰਪੋਰਟੈਂਟ ਗੱਲ ਹੈ। ਮੇਰਾ ਖਿਆਲ ਸਾਡੇ ਪਰਿਵਾਰ ਦੇ ਮੈਂਬਰ ਜ਼ਰੂਰ ਸੁਣ ਕੇ, ਖਾਸ ਕਰਕੇ
ਮਾਈਆਂ ਦਾਦੀਆਂ ਨਾਨੀਆਂ ਜਿਹੜੀਆਂ ਨੇ ਉਹਨਾਂ ਨੇ ਹੋ ਸਕਦਾ ਵੀ ਇਸ ਗੱਲ ਨੂੰ ਇਦਾਂ ਵੀ ਲਿਆ ਵੇ ਲੈ ਆ ਹੁਣ ਬਲਦੇਵ ਮੋਟੇ ਹੋਰੀ ਦੱਸਣਗੇ ਸਾਨੂੰ ਨਿਆਣੇ ਕਿੱਦਾਂ ਪਾਲਣੇ ਆ। ਪਰ ਇਹ ਬੜੀ ਇੰਪੋਰਟੈਂਟ ਗੱਲ ਹੈ ਜੀ। ਇਹ ਇੱਕ ਸੀਰੀਜ਼ ਹੈ ਜਿਹੜੀ ਕਿ ਅਸੀਂ ਆਪ ਜੀ ਲਈ ਖਾਸ ਤੌਰ 'ਤੇ ਲੈ ਕੇ ਆਏ ਹਾਂ ਕਿ ਜਿਹੜੀ ਪੇਰੈਂਟਿੰਗ ਹੈ ਇਹ ਕਿੰਨੀ ਜ਼ਰੂਰੀ ਹੈ ਅਤੇ ਇਹਦੇ ਕਿੰਨੇ ਨੁਕਤੇ ਨੇ। ਮੋਟਾ ਸਾਹਿਬ ਇਹ ਅੱਜ ਦੇ ਪ੍ਰੋਗਰਾਮ ਦਾ ਸਮਾਂ ਤੇ ਲਗਭਗ ਸਮਾਪਤੀ ਹੋ ਗਿਆ, ਪਰ ਕੋਈ ਗੱਲ ਨਹੀਂ, ਆਪਾਂ ਇਹ 0 ਤੋਂ 6 ਸਾਲ ਦੇ ਲਈ ਹੋਰ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਨੇ ਆਪਾਂ ਇਹਨੂੰ ਅਗਲੇ ਐਪੀਸੋਡ ਦੇ ਵਿੱਚ ਕੰਟੀਨਿਊ ਕਰਾਂਗੇ। ਤੁਸੀਂ ਸਮਾਂ ਕੱਢਿਆ ਜੀ, ਸਾਡੇ ਲਈ ਬੜਾ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਗੁਰਪ੍ਰੀਤ ਜੀ। ਸੋ ਇਹ ਸਨ ਜੀ ਬਲਦੇਵ ਮੋਟਾ ਜੀ, ਅਤੇ ਮੈਂ ਦੱਸਦਾ ਤੁਹਾਨੂੰ ਇੱਕ ਵਾਰ ਫਿਰ ਤੋਂ ਕਿ ਜਿਹੜਾ ਸਪੈਸ਼ਲ ਪ੍ਰੋਗਰਾਮ ਇੱਕ ਸੀਰੀਜ਼ ਦੇ ਤਹਿਤ ਅਸੀਂ ਆਪ ਜੀ ਲਈ ਲੈ ਕੇ ਆਏ ਹਾਂ। ਤੁਸੀਂ ਇਹਦਾ ਜੇ ਪਾਰਟ 1 ਹੁਣ ਦੇਖ ਰਹੇ ਹੋ ਅਤੇ ਇਸ ਤੋਂ ਬਾਅਦ ਅਗਲੇ ਪਾਰਟ ਨੂੰ ਵੀ ਜ਼ਰੂਰ ਦੇਖਣਾ, ਤਾਂ ਜੋ ਤੁਹਾਨੂੰ 0 ਤੋਂ ਲੈ ਕੇ ਜਿਸ ਵੀ ਏਜ ਗਰੁੱਪ ਦੇ ਵਿੱਚ ਤੁਹਾਡੇ ਘਰ 'ਚ ਬੱਚਾ ਹੈ ਤੁਹਾਨੂੰ ਸਮਝ ਆ ਸਕੇ ਕਿ ਉਹਦੀਆਂ ਕੀ ਲੋੜਾਂ ਨੇ, ਸਾਨੂੰ ਉਹਨੂੰ ਗਰੋ ਕਰਨ ਲਈ ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਇਹਦੇ ਲਈ ਇਹ ਬੜਾ ਇੰਪੋਰਟੈਂਟ ਹੈ। ਐਂਡ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਜ਼ਰੂਰ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਦੀ ਕਰਨਾ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।